ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਵਿੱਚ ਹਉਮੈ ਨੂੰ ਦੀਰਘ ਰੋਗ ਕਿਹਾ ਗਿਆ ਹੈ, ਸਭ ਤੋਂ ਖਤਰਨਾਕ ਰੋਗ, ਕਿਉਂਕਿ ਇਸ ਵਿੱਚ ਇਤਨੀ ਜ਼ਬਰਦਸਤ ਤਾਕਤ ਹੈ ਕਿ ਇਨਸਾਨ ਇਤਨੇ ਧਾਰਮਿਕ ਕਰਮ ਕਿਰਿਆ ਕਰੇ, ਇੱਕ ਨਹੀਂ ਦੋ ਨਹੀਂ ਕਰੋੜਾਂ ਕੰਮ ਕਰੇ ਤੇ ਮਾੜੀ ਜੀ ਵਿੱਚ ਹਉਮੈ ਦੀ ਅੰਸ਼ ਆ ਜਾਏ, ਉਹ ਸਾਰੀ ਕਾਲਣਾ ਵਿਅਰਥ ਚਲੀ ਜਾਂਦੀ ਹੈ। ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਇਸ ਤੋਂ ਇਲਾਵਾ ਹਉਮੈ ਐਸਾ ਰੋਗ ਹੈ ਜਿਸ ਵਿੱਚ ਸਾਨੂੰ ਸਵਾਦ ਆਉਣ ਲੱਗ ਪਿਆ। ਜਿਹੜੀ ਕਿਰਿਆ ਵਿੱਚ ਸਾਡੀ ਹਉਮੈ ਦਾ ਪ੍ਰਗਟਾਵਾ ਹੁੰਦਾ ਹੈ, ਉਸ ਕਿਰਿਆ ਨੂੰ ਅਸੀਂ ਉਤਸ਼ਾਹ ਨਾਲ ਕਰਦੇ ਹਾਂ, ਭਾਵੇਂ ਧਾਰਮਿਕ ਕਿਰਿਆ ਹੈ, ਭਾਵੇਂ ਦੁਨਿਆਵੀ ਕਿਰਿਆ। ਹਉਮੈ ਲਈ ਤਾਂ ਇਨਸਾਨ ਇੱਥੋਂ ਤੱਕ ਕਿ ਆਪਣੀ ਜਾਨ ਵਾਰ ਸਕਦਾ ਹੈ, ਪਰ ਜੇ ਹਉਮੈ ਨੂੰ ਵਿੱਚੋਂ ਕੱਢ ਦਿਓ, 2 ਕਦਮ ਵੀ ਨਹੀਂ ਚੱਲ ਸਕਦਾ। ਇਸੇ ਕਰਕੇ ਦੇਖ ਲਓ, ਸਾਰੀ ਦੁਨੀਆ ਬਾਹਰਲੇ ਕਰਮ ਕਾਂਡਾਂ ਵਿੱਚ ਮਸਤ ਹੈ, ਕਿਉਂਕਿ ਇਸ ਵਿੱਚ ਥੋੜੀ ਬਹੁਤ ਸੂਖਮ ਹਉਮੈ ਦੀ ਅੰਸ਼ ਹੁੰਦੀ ਹੈ। ਹਉਮੈ ਦਾ ਸਵਾਦ ਹੁੰਦਾ ਹੈ, ਅੰਤਰਮੁਖੀ ਕੋਈ ਹੁੰਦਾ ਨਹੀਂ, ਕਿਉਂਕਿ ਅੰਤਰਮੁਖੀ ਕਿਸਨੇ ਵਾਹ ਕਰਨੀ ਹੈ, ਉਥੇ ਤਾਂ ਆਪਣਾ ਸਖਣਾ ਪਾਣੀ ਪ੍ਰਤੀਤ ਹੁੰਦਾ ਹੈ। ਸੋ ਹਉਮੈ ਦੇ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ 2 ਲੇਖ ਲਿਖੇ ਹਨ। ਪਹਿਲੇ ਭਾਗ ਵਿੱਚ ਇਹ ਖੋਲ ਕੇ ਦਰਸਾਇਆ ਹੈ ਕਿ ਆਪਣੀ ਅਡਰੀ ਹੋਣ ਦੇ ਅਹਿਸਾਸ, ਮੈਂ ਮੇਰੀ ਦੀ ਪੂਰਤੀ ਤੇ ਦਿਖਾਵੇ ਵਾਲੀ ਬਿਰਤੀ ਨੂੰ ਹਉਮੈ ਕਿਹਾ ਗਿਆ ਹੈ। ਇਸ ਦਾ ਪੂਰਾ ਵਿਸਥਾਰ ਕੀਤਾ ਹੈ। ਹੁਣ ਦੂਜੇ ਭਾਗ ਵਿੱਚ ਹਉਮੈ ਨਾਲ ਕੀ ਹੁੰਦਾ ਹੈ, ਹਉਮੈ ਦੇ ਮੁੱਢਲੇ ਕਾਰਨ ਕੀ ਹਨ, ਹਉਮੈ ਦਾ ਇਲਾਜ ਕੀ ਹੈ, ਇਸ ਦਾ ਵਿਸਥਾਰ ਕੀਤਾ ਗਿਆ। ਉਹ ਪਿਆਰ ਨਾਲ ਸਰਵਣ ਕਰੀਏ। ਜਿਸ ਤਰ੍ਹਾਂ ਸਰੀਰ ਦਾ ਵੱਡਾ ਤੇ ਦੀਰਘ ਰੋਗ ਤਪਦਿਕ ਹੈ ਅਤੇ ਇਸ ਤਪਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਮੁੱਢਲਾ, ਵੱਡਾ, ਅਸਾਧ ਤੇ ਦੀਰਘ ਮਾਨਸਿਕ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾ ਹੈ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ। ਜਦੋਂ ਹਉਮੈ ਸਾਡੇ ਤੇ ਵਾਪਰਦੀ, ਉਸ ਦਾ ਭਰਮ ਭੁਲਾਵਾ ਛਾ ਜਾਂਦਾ ਹੈ। ਕੀ ਕੁਝ ਹੁੰਦਾ ਹੈ? ਇੱਕ ਤਾਂ ਅਕਾਲ ਪੁਰਖ ਵਿਸਰ ਜਾਂਦਾ ਹੈ ਤੇ ਉਸ ਦੀ ਨਿੱਘੀ ਤੇ ਸੁਖਦਾਈ ਗੋਦ ਤੋਂ ਨਿਕਲ ਜਾਈਦਾ ਹੈ। ਹਉਮੈ ਦੇ ਭਰਮ ਭੁਲਾਵੇ ਤੋਂ ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ। ਹੁਕਮ ਤੋਂ ਬੇਮੁਖ ਤੇ ਬੇਸੁਰੇ ਹੋ ਜਾਂਦੇ ਹਾਂ, ਹਉਮੈ ਕਾਰਨ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰਦੇ ਹਾਂ। ਹਉਮੈ ਦੇ ਕਾਰਨ ਹੀ 3 ਗੁਣਾਂ ਵਿੱਚ ਵਾਸਾ ਹੋ ਜਾਂਦਾ ਹੈ, ਇਸ ਤੋਂ ਤਾਂ ਉੱਠ ਨਹੀਂ ਸਕਦੇ। ਦੂਜਾ ਭਾਵ ਪੁੱਜਦਾ ਹੈ ਹਉਮੈ ਕਾਰਨ, ਜਿਸ ਨਾਲ ਮੈਂ ਤੂੰ ਲੜਾਈਆਂ ਝਗੜਿਆਂ ਦਾ ਸਿਲਸਿਲਾ ਚੱਲਦਾ ਹੈ। ਮੈਂ ਮੇਰੀ ਵਿੱਚ ਵਿਚਰਦੇ ਹਾਂ। 5 ਦੀ ਅਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ। ਇਹ ਵੀ ਹਉਮੈ ਦੇ ਕਾਰਨ ਹੀ ਸਾਡੇ ਤੇ ਵਾਰ ਕਰਦੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। 5 ਦੀ ਰੰਗਣ ਵਿੱਚ ਕਰਮ ਕਰਦੇ ਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ, ਈਰਖਾ, ਦ્વੈਤ, ਨਫ਼ਰਤ, ਵੈਰ, ਵਿਰੋਧ, ਰੋਸੇ, ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ। ਬੇਅੰਤ ਸਰੀਰਕ ਰੋਗ ਭੋਗਦੇ ਹਾਂ। ਕਰਮਬੱਧ ਹੋ ਕੇ ਜਮਾਂ ਦੇ ਵਸ ਪੈ ਜਾਂਦੇ ਹਾਂ। ਹਉਮੈ ਜਿਸ ਕਿਰਿਆ ਵਿੱਚ ਆ ਜਾਂਦੀ ਹੈ, ਉਹ ਕਾਰਮਿਕ ਕਾਨੂੰਨ ਦੇ ਅਧੀਨ ਹੋ ਜਾਂਦਾ ਹੈ। ਫਿਰ ਉਸ ਅਧੀਨ ਅਸੀਂ ਜਮਾਂ ਦੇ ਵਸ ਪੈਂਦੇ ਹਾਂ ਤੇ ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਗੁਰਬਾਣੀ ਵਿੱਚ ਹਉਮੈ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਮਨ ਅੰਤਰ ਹਉਮੈ ਰੋਗ ਹੈ, ਭਰਮ ਭੂਲੇ ਮਨਮੁਖ ਦੁਰਜਨਾ। ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸਜਣਾ। ਸ਼ਬਦੈ ਹਉਮੈ ਮਾਰੀਐ, ਸੱਚੈ ਮਹਿਲ ਸੁਖ ਪਾਏ। ਆਸ ਅੰਦੇਸੇ ਤੇਨੇ ਕਹਿਵਲ ਹਉਮੈ, ਸ਼ਬਦ ਜਲਾਏ। ਨਿਰਮਲ ਨਾਮ ਹਉਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ। ਨਾਨਕ ਗੁਰਮੁਖ ਮਿਲ ਰਹਿ, ਹਉਮੈ ਸ਼ਬਦ ਜਲਾਏ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਗਰੁੜ ਸ਼ਬਦ ਮੁਖ ਪਾਇਆ, ਹਉਮੈ ਬਿਖ ਹਰ ਮਾਰੀ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਸਤਿਗੁਰ ਆਪਣਾ ਸਦੀ ਸੇਵੈ, ਹਉਮੈ ਵਿੱਚੋਂ ਜਾਈ ਹੈ। ਸੋ ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਸਾਧ ਸੰਗਤ, ਨਾਮ ਔਖਦ, ਹਰ ਜਸ, ਸਿਮਰਨ, ਗੁਰ ਪ੍ਰਸਾਦ ਤੇ ਸੇਵਾ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਹੀ ਨਹੀਂ ਹੁੰਦਾ,
ਬਲਕਿ ਜੀਵ ਦੇ ਤਨ ਮਨ ਅੰਤਸ਼ਕਰਣ ਦੇ ਸਭੇ ਸਰਬ ਸਗਲ ਅਸਾਦ ਦੀਰਘ ਪੂਰਵ ਕਰਮਾਂ ਦੇ तमाम ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਸਹੀ ਭਾਵਨਾ ਵਿੱਚ ਸਿਮਰਨ, ਸੰਗਤ, ਨਾਮ, ਔਖਦ, ਹਰ ਜਸ ਸੇਵਾ ਆਦਿ ਕੀਤੀ ਜਾਵੇ ਤਾਂ ਗੁਰੂ ਦੀ ਕਿਰਪਾ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਨਹੀਂ ਹੁੰਦਾ, ਬਲਕਿ ਤਨ ਮਨ ਅੰਤਸ਼ਕਰਣ ਦੇ ਸਭੇ ਸਗਲ ਅਸਾਦ ਪੂਰਵ ਕਰਮਾਂ ਦੇ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹਉਮੈ ਕਿਵੇਂ ਪ੍ਰਫੁੱਲਤ ਹੁੰਦੀ ਹੈ? ਇਸ ਦੇ ਮੁੱਢਲੇ ਕਾਰਨ ਕੀ ਹਨ? ਹਉਮੈ ਦੀਰਘ ਰੋਗ ਦੇ ਮੁੱਢਲੇ ਕਾਰਨ ਇਹ ਹੁੰਦੇ ਹਨ। ਪਰਮੇਸ਼ਰ ਨੂੰ ਭੁੱਲਣਾ। ਜਿਸ ਸੈਕਿੰਡ ਵੀ ਅਸੀਂ ਪਰਮਾਤਮਾ ਨੂੰ ਭੁਲਾ ਦਿੰਦੇ ਆ, ਉਸੇ ਸੈਕਿੰਡ ਹਉਮੈ ਅੰਦਰੋਂ ਪ੍ਰਫੁੱਲਤ ਹੋ ਜਾਂਦੀ ਹੈ, ਵੱਧਦੀ ਹੈ। ਪਹਿਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ। ਦੂਸਰਾ ਹੈ ਮਾਇਆ ਦਾ ਭਰਮ ਭੁਲਾਵਾ। ਮਾਇਆ ਵਿੱਚ ਵਿਚਰਦੇ ਹਾਂ ਤਾਂ ਵੀ ਹਉਮੈ ਵੱਧਦੀ ਹੈ। ਤੀਸਰਾ ਹੈ ਨੀਵੀਂ ਮਾਇਕੀ ਕੁਸੰਗਤ, ਈਰਖਾ, ਦਵੈਤ, ਰੋਸੇ, ਗਿਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕੋਈ ਵੀ ਔਗਣ ਵਿੱਚ ਅਸੀਂ ਜਦੋਂ ਗਲਤਾਨ ਹੁੰਦੇ ਆ, ਉਹਦੇ ਨਾਲ ਵੀ ਹਉਮੈ ਤਕੜੀ ਹੁੰਦੀ ਹੈ, ਪ੍ਰਫੁੱਲਤ ਹੁੰਦੀ ਹੈ। ਚੌਥਾ ਹੈ ਪੁੱਠਾ ਮਾਇਕੀ ਜੀਵਨ, ਚਰਖਾ ਫੇਰਨਾ। ਉਹ ਕਈ ਜੂਨਾਂ ਤੋਂ ਜੋ ਕਰਦੇ ਆਏ ਆ, ਖਾ ਲਿਆ, ਪੀ ਲਿਆ, ਹੱਸ ਲਿਆ, ਮੌਜਾਂ ਮਾਣ ਲਈਆਂ, ਇਹਦੇ ਨਾਲ ਵੀ ਹਉਮੈ ਵੱਧਦੀ ਹੈ। ਪੰਜਵਾਂ ਹੈ ਮੈਂ ਮੇਰੀ ਦਾ ਅਟੁੱਟ ਅਭਿਆਸ। ਆਪਣੀ ਖੁਆਇਸ਼ਾਂ ਦੀ ਪੂਰਤੀ, ਜੋ ਖਿਆਲ ਆਇਆ ਉਸ ਨੂੰ ਪੂਰਾ ਕਰਿਆ। ਹਰ ਤਰ੍ਹਾਂ ਦੀ ਮੈਂ ਮੇਰੀ ਦੀ ਜਦੋਂ ਪੂਰਤੀ ਕਰਦੇ ਆ, ਇਹਦੇ ਨਾਲ ਵੀ ਸਾਡੀ ਹਉਮੈ ਹੋਰ ਤਕੜੀ ਹੁੰਦੀ ਹੈ। ਪਤਾ ਕਿਵੇਂ ਚੱਲੇ ਕਿ ਸਾਡੇ ਅੰਦਰ ਹਉਮੈ ਹੈ? ਇਸ ਅਸਾਧ ਰੋਗ ਦੀ ਜਾਂਚ ਪੜਤਾਲ ਇਉਂ ਕੀਤੀ ਜਾ ਸਕਦੀ ਹੈ। ਮਨ ਦੇ ਅਨੇਕਾਂ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਵਲਵਲਿਆਂ, ਜੋਸ਼, ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਰੰਗਤ, ਝਲਕ, ਸੁਗੰਧੀ, ਹਵਾੜ ਸਿੱਟਿਆਂ ਕਰਮਾਂ ਦੇ ਪ੍ਰਗਟਾਵੇ ਤੋਂ ਹੀ ਹਉਮੈ ਦੇ ਦੀਰਘ ਰੋਗ ਦੀ ਜਾਂਚ ਪੜਤਾਲ ਅਥਵਾ ਸੋਝੀ ਹੋ ਸਕਦੀ ਹੈ। ਆਪਣੀ ਹਰ ਇੱਕ ਭਾਵਨਾ, ਖਿਆਲ, ਵਲਵਲੇ ਨੂੰ ਅਸੀਂ ਪੜਤਾਲ ਕਰ ਸਕਦੇ ਹਾਂ। ਉਸਦੀ ਸੁਗੰਧੀ ਨੂੰ ਦੇਖ ਕੇ, ਉਸਦੀ ਝਲਕ ਨੂੰ, ਉਸਦੀ ਆਵਾਜ਼ ਨੂੰ ਕਿ ਕਿਹੋ ਜਿਹੀ ਆਵਾਜ਼ ਹੈ ਇਸ ਖਿਆਲ ਦੇ ਵਿੱਚ। ਇਸ ਤਰ੍ਹਾਂ ਅਸੀਂ ਹਉਮੈ ਰੋਗ ਦੀ ਜਾਂਚ ਪੜਤਾਲ ਕਰ ਸਕਦੇ ਹਾਂ। ਇਹ ਹਉਮੈ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਤਸਵਸ ਰਸ ਕੇ ਰਚਿਆ ਮਿਚਿਆ ਹੋਇਆ ਹੈ ਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ-ਪੋਤ ਰਵਰਿਆ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹਉਮੈ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਆਪ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਤਾਂ ਅਸੀਂ ਆਪਣੀਆਂ ਕਿਸੇ ਵੀ ਸਿਆਣਪਾਂ ਜਾਂ ਉਕਤੀਆਂ ਜੁਗਤੀਆਂ ਨਾਲ ਆਪਣੀ ਹਉਮੈ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਨ ਹੀ ਗਲੋਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ, ਉਕਤੀਆਂ ਜੁਗਤੀਆਂ ਤੇ ਉਦਮ ਵਿੱਚ ਵੀ ਹਉਮੈ ਦੀ ਅੰਸ਼ ਹੋਵੇਗੀ। ਇਹ ਬੜਾ ਜ਼ਰੂਰੀ ਨੁਕਤਾ ਹੈ। ਹਉਮੈ ਨੂੰ ਦੂਰ ਕਰਨਾ ਕੋਈ ਮਾਮੂਲੀ ਸੌਖੀ ਗੱਲ ਨਹੀਂ ਹੈ ਕਿ ਜਿਵੇਂ ਕਮੀਜ਼ ਨੂੰ ਗਲੋਂ ਉਤਾਰ ਲਿਆ ਤੇ ਉਤਰ ਗਈ। ਕਿਉਂਕਿ ਜਦੋਂ ਹਉਮੈ ਨੂੰ ਅਸੀਂ ਦੂਰ ਕਰਨ ਲਈ ਕੋਈ ਵੀ ਉਦਮ ਕਰਦੇ ਹਾਂ, ਉਸ ਉਦਮ ਵਿੱਚ ਹਉਮੈ ਆ ਵੜਦੀ ਹੈ ਪਹਿਲਾਂ ਹੀ। ਤੇ ਪਿੱਛੇ ਅਸੀਂ ਸ਼ੁਰੂਆਤ ਵਿੱਚ ਦੇਖਿਆ ਕਿ ਹਉਮੈ ਸਾਡੇ ਕਰਮਾਂ ਨੂੰ ਵਿਅਰਥ ਬਣਾ ਦਿੰਦੀ ਹੈ। ਸੋ ਜਿਹੜਾ ਉਦਮ ਅਸੀਂ ਹਉਮੈ ਨੂੰ ਦੂਰ ਕਰਨ ਲਈ ਕਰਦੇ ਹਾਂ, ਉਸ ਉਦਮ ਦੇ ਵਿੱਚ ਵੀ ਹਉਮੈ ਆ ਵੜਦੀ ਹੈ। ਜਬ ਲਗ ਜਾਣਾ ਮੁਝ ਤੇ ਕਛ ਹੋਏ, ਤਬ ਇਸਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸੋ ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁਖ ਹੋਣਾ ਹੀ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ, ਵੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗਤੈ ਤੈ ਆਪ ਬੰਦਾਇਓ। ਹਉਮੈ ਕਰਤਿਆਂ ਨਹਿ ਸੁਖ ਹੋਏ, ਮਨਮਤ ਝੂਠੀ ਸੱਚਾ ਸੋਏ। ਸਗਲ ਬਿਗੂਤੇ ਭਾਵੈ ਦੋਏ, ਸੋ ਕਮਾਵੈ ਤੁਰ ਲਿਖਿਆ ਹੋਏ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ।